ਅਕਸਰ ਹੀ ਪੰਜਾਬ ਦੀ ਗੱਲ ਕੀਤੀ ਜਾਵੇ ਬਹੁਤ ਸਾਰੇ ਕੰਮ ਸੀਗੇ ਜਿਹੜੇ ਪੈਂਡਿੰਗਸ ਪਏ ਸੀਗੇ, ਕਈ ਪਿੰਡਾਂ ਦੇ ਕੰਮ ਪੈਂਡਿੰਗਸ ਪਏ ਸੀਗੇ। ਕਿਆ ਲੱਗਦਾ ਕਿ ਹੋਰ ਪੈਸਿਆਂ ਦੀ ਵੀ ਜ਼ਰੂਰਤ ਹੈ ਤਾਂ ਜੋ ਕਿ ਜਿਹੜਾ ਵੀ ਉਮੀਦਵਾਰ ਹੋਵੇ ਉਹਨੂੰ ਜਿੱਤਣ ਵਿੱਚ ਜਿਹੜੀ ਆ ਆਸਾਨੀ ਮਿਲ ਸਕੇ? ਤੁਹਾਨੂੰ ਲੱਗਦਾ ਹੈ ਕਿ ਹਾਲਾਤ ਕੁਝ ਹੋਰ ਨਜ਼ਰ ਆ ਰਹੇ ਨੇ ਕਿਉਂਕਿ 3 ਦਾਅਵੇਦਾਰ ਸੀਗੇ ਕਾਂਗਰਸ ਦੇ, ਇੱਕ ਤੇ ਛੱਡ ਕੇ ਚਲੇ ਗਏ ਨੇ, ਹੁਣ ਤੁਸੀਂ 2 ਦਾਅਵੇਦਾਰ ਰਹਿ ਗਏ ਹੋ। ਕਿ ਤੁਸੀਂ ਮੀਡੀਆ ਵਾਲੇ ਹੌਟ ਤੇ ਕੋਲਡ ਕਰ ਦਿੰਦੇ ਹੋ। ਕਾਹਦੀ ਹੌਟ ਤੇ ਕਾਹਦੀ ਕੋਲਡ? ਕਿ ਜਿਹੜਾ ਪਾਰਟੀ ਛੱਡ ਕੇ ਚਲਾ ਜਾਵੇ, ਪਾਰਟੀ ਨੂੰ ਪਿੱਠ ਖਾ ਜਾਏ ਜਦੋਂ ਸਮਾਂ ਆਵੇ, ਤੇ ਮੈਂ ਤੇ ਉਹੀ ਕਹਾਂਗਾ ਕਿ 7 ਦੇ ਵਿੱਚ ਵੀ ਜੇ ਸਾਡੇ ਕੋਲ ਟਿਕਟ ਹੁੰਦੀ ਸਰਦਾਰ ਸੁਰਿੰਦਰ ਸਿੰਘ ਕੱਥੋਂ ਜੀ ਨੰਗਲ ਜੀ ਕੋਲ, ਸਾਡੇ ਪਰਿਵਾਰ ਕੋਲ, ਤੇ ਅਸੀਂ ਬਿਕਰਮ ਸਿੰਘ ਦੇ ਇੱਥੇ ਪੈਰ ਹੀ ਨਾ ਲੱਗਣ ਦਿੰਦੇ। ਰਾਜ ਸਿੰਘ ਲਾਲੀ ਮਜੀਠੀਆ ਕਹਿੰਦੇ ਨੇ ਕਿ ਲੜਾਈ ਜ਼ਰੂਰ ਮੈਨੂੰ ਸੀਟ ਗਈ ਲੇਕਿਨ ਹਰਾਉਣ ਵਾਸਤੇ ਲੜਾਈ ਗਈ ਸੀ ਕਿਸੇ। ਇਹ ਕੌਣ ਕਹਿੰਦੇ ਨੇ? ਰਾਜ ਸਿੰਘ ਲਾਲੀ ਤਾਂ ਨਹੀਂ ਮਜੀਠੀਆ ਦੇ ਪੈਰ ਨਹੀਂ ਲੱਗ ਪਾ ਰਹੇ ਇੱਥੇ ਕਿਉਂਕਿ ਬੇਲ ਨਹੀਂ ਮਿਲ ਪਾ ਰਹੀ। ਇਸ ਚੀਜ਼ ਦਾ ਤਾਂ ਨਹੀਂ ਕਿ ਕਾਂਗਰਸ ਇਸ ਵਾਰ ਕੈਸ਼ ਕਰਨ ਦੀ ਪੂਰੀ ਤਿਆਰੀ ਕਰ ਰਹੀ? ਇਹਨਾਂ ਨੇ ਸਾਨੂੰ ਕਿਸਾਨਾਂ ਨੂੰ ਜਦੋਂ ਅਸੀਂ ਦਿੱਲੀ ਧਰਨੇ ਲਾਏ ਸਨ, ਇਹਨਾਂ ਉਦੋਂ ਵੀ ਸਾਨੂੰ ਅੱਤਵਾਦੀ ਤੇ ਵੱਖਵਾਦੀ ਦੇ ਖਿਤਾਬ ਨਾਲ ਨਵਾਜਿਆ ਸੀ। ਇਹਨਾਂ ਨੇ ਹੁਣ ਫੇਰ ਸਾਨੂੰ ਕਿਹਾ ਹੈ, ਲੇਕਿਨ ਅਸਲ ਦੇ ਵਿੱਚ ਜਿਹੜੀ ਇਹਨਾਂ ਨੇ ਰੈਲੀ ਕਰਨੀ ਸੀ, 70,000 ਕੁਰਸੀ ਲਾਈ ਸੀ, 700 ਬੰਦਾ ਉੱਥੇ ਪਹੁੰਚਿਆ ਸੀ, ਉਹਨਾਂ ਨੂੰ ਹਜਮ ਨਹੀਂ ਸੀ ਹੋ ਰਹੀ। ਚਾਹੇ ਮੇਰੇ ਤੋਂ ਵੱਡੇ ਨੇ ਤੇ ਪ੍ਰਧਾਨ ਮੰਤਰੀ ਨੇ, ਪੰਜਾਬ ਦੇ ਮੁੱਖ ਮੰਤਰੀ ਦੇ ਕੋਲੋਂ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਜਿਹੜਾ ਇਹਨਾਂ ਨੇ ਬਠਿੰਡੇ ਜਾ ਕੇ ਏਅਰਪੋਰਟ ਤੇ ਕਿਹਾ ਸੀ ਕਿ ਮੇਰਾ ਸੁਨਾਹ ਦੇ ਦਿਓ ਮੁੱਖ ਮੰਤਰੀ ਪੰਜਾਬ ਨੂੰ ਕਿ ਮੈਂ ਜਿਉਂਦਾ ਬਚ ਕੇ ਵਾਪਸ ਚੱਲਿਆ। ਇਹ ਸ਼ੋਭਾ ਨਹੀਂ ਸੀ ਦਿੰਦਾ। ਇਹਨਾਂ ਨੂੰ ਪੰਜਾਬ ਪੁਲਿਸ ਤੇ ਨਾ ਭਰੋਸਾ ਹੁੰਦਾ, ਆਪਣੀਆਂ ਏਜੰਸੀਆਂ ਕਿੱਥੇ ਗਈਆਂ ਇਹਨਾਂ ਨੂੰ ਪਤਾ ਨਹੀਂ ਸੀ। ਫਿਰ ਕੀ ਰੋਕਿਆ ਗਿਆ ਇਹਨਾਂ ਨੂੰ? ਕੀ ਮਾੜਾ ਲਫ਼ਜ਼ ਕਿਹਾ ਗਿਆ? ਕੀ ਕੀਤਾ ਗਿਆ? ਮੈਂ ਵੀਡੀਓ ਵੇਖੀ ਹੈ ਤੁਹਾਡੇ ਮਾਧਿਅਮ ਦੇ ਰਾਹੀਂ, ਉਹ ਸਾਰੇ ਦੇ ਬੀਜੇਪੀ ਦੇ ਬੰਦੇ ਸਨ, ਉਹਨਾਂ ਦੇ ਝੰਡੇ ਹੱਥਾਂ ਦੇ ਵਿੱਚ ਸਨ। ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਸਿਆਸੀ ਅਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਅੰਮ੍ਰਿਤਸਰ ਹਲਕਾ ਮਜੀਠੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਹਲਕਾ ਮਜੀਠਾ ਦੇ ਵਿੱਚ ਕਾਂਗਰਸੀ ਪਾਰਟੀ ਵੱਲੋਂ ਆਪਣੇ ਦਾਅਵੇਦਾਰੀਆਂ ਜਿਹੜੀਆਂ ਨੇ ਉਹ ਠੋਕਣੀਆਂ ਸ਼ੁਰੂ ਕੀਤੀਆਂ ਗਈਆਂ ਨੇ, ਜਿਸ ਦੇ ਤਹਿਤ ਅੱਜ ਮਜੀਠੇ ਹਲਕੇ ਨੂੰ ਜੋ ਗ੍ਰਾਂਟ ਦੇਣ ਦਾ ਕੰਮ ਜਿਹੜਾ ਹੈ ਉਹ ਵੀ ਸ਼ੁਰੂ ਕੀਤਾ ਗਿਆ ਹੈ। ਭਗਵੰਤਪਾਲ ਸਿੰਘ ਸੱਚਰ ਜੋ ਕਿ ਜਿਨ੍ਹਾਂ ਵੱਲੋਂ ਦਾਅਵੇਦਾਰੀ ਠੋਕੀ ਗਈ ਸੀਗੀ ਉਹ ਵੀ ਇੱਥੇ ਮੌਜੂਦ ਨੇ ਅਤੇ ਉਹਨਾਂ ਵੱਲੋਂ ਜਿਹੜਾ ਲਗਾਤਾਰ ਹੀ ਜਿਹੜਾ ਲੋਕਾਂ ਨੂੰ ਜਿਹੜਾ ਇੱਥੇ ਗ੍ਰਾਂਟ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ। ਸੱਚਰ ਸਾਹਿਬ ਮੌਜੂਦ ਨੇ। ਸੱਚਰ ਸਾਹਿਬ, ਗ੍ਰਾਂਟ ਵੰਡਣੀ ਸ਼ੁਰੂ ਕੀਤੀ ਗਈ, ਕਿੰਨੇ ਦੀ ਗ੍ਰਾਂਟ ਵੰਡੀ ਗਈ ਆ ਔਰ ਇਨ ਫਿਊਚਰ ਕੀ ਪਲੈਨਿੰਗਸ ਰਹਿਣਗੀਆਂ? ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਚੰਨੀ ਜੀ ਵੱਲੋਂ ਸਾਰੇ ਹੀ ਵਿਧਾਨ ਸਭਾ ਹਲਕਿਆਂ ਦੇ ਵਿੱਚ ਪੰਜਾਬ ਨਿਰਮਾਣ ਦੇ ਅਧੀਨ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਨੇ। ਉਹਦੇ ਵਿੱਚ ਸਾਡੇ ਵਿਧਾਨ ਸਭਾ ਹਲਕਾ ਮਜੀਠਾ ਨੂੰ 12 ਕਰੋੜ ਦੀ ਜਿਹੜੀ ਗ੍ਰਾਂਟ ਹੈ ਉਹ ਰਿਲੀਜ਼ ਕੀਤੀ ਗਈ ਹੈ। ਸੋ ਅਸੀਂ ਦਰ ਬਾਈ ਦਰ ਪੜਾਅ ਵਾਈਜ਼ ਜਿਹੜੀਆਂ ਉਹ ਗ੍ਰਾਂਟਾਂ ਵੰਡ ਰਹੇ ਹਾਂ, ਅਤੇ ਅੱਜ ਵੀ ਅਸੀਂ ਲਗਭਗ ਇੱਥੇ ਕੋਈ 4-4.5 ਕਰੋੜ ਦੀਆਂ ਜਿਹੜੀਆਂ ਗ੍ਰਾਂਟਸ ਨੇ ਉਹ ਵੰਡੀਆਂ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਜਿਹੜੇ ਕੋਈ ਪਿੰਡ ਰਹਿ ਗਏ ਨੇ ਉਹਨਾਂ ਨੂੰ ਵੀ ਗ੍ਰਾਂਟਾਂ ਜਿਹੜੀਆਂ ਉਹ ਜਾਰੀ ਕਰਾਂਗੇ। ਸੱਚਰ ਸਾਹਿਬ, ਅਕਸਰ ਹੀ ਪੰਜਾਬ ਦੀ ਗੱਲ ਕੀਤੀ ਜਾਵੇ ਬਹੁਤ ਸਾਰੇ ਕੰਮ ਸੀਗੇ ਜਿਹੜੇ ਪੈਂਡਿੰਗਸ ਪਏ ਸੀਗੇ, ਕਈ ਪਿੰਡਾਂ ਦੇ ਕੰਮ ਪੈਂਡਿੰਗਸ ਪਏ ਸੀਗੇ। ਕਿਆ ਲੱਗਦਾ ਕਿ ਹੋਰ ਪੈਸਿਆਂ ਦੀ ਵੀ ਜ਼ਰੂਰਤ ਹੈ ਤਾਂ ਜੋ ਕਿ ਜਿਹੜਾ ਵੀ ਉਮੀਦਵਾਰ ਹੋਵੇ ਉਹਨੂੰ ਜਿੱਤਣ ਵਿੱਚ ਜਿਹੜੀ ਆ ਆਸਾਨੀ ਮਿਲ ਸਕੇ? ਕੰਮ ਤੇ ਕਦੀ ਵੀ ਪੂਰੇ ਨਹੀਂ ਹੋ ਸਕਦੇ। ਅਜੇ ਮੈਂ ਹੁਣੀ ਮੇਰੇ ਭੋਏਵਾਲ ਤੋਂ ਸਰਪੰਚ ਨੇ, ਅਜੇ ਮੈਂ ਹੁਣੀ ਚੈੱਕ ਦੇ ਕੇ ਹਟਿਆ, ਉਹਨਾਂ ਹੱਥ ਚੈੱਕ ਫੜਿਆ, ਨਾਲ ਹੀ ਕਹਿ ਦਿੱਤਾ ਭਾਜੀ ਸਾਡੇ ਪਿੰਡ ਕੋਠੇ ਵੀ ਰਹਿੰਦੇ ਨੇ ਅਜੇ। ਸੋ ਇਸ ਕਰਕੇ ਕੰਮ ਕਦੀ ਵੀ ਨਹੀਂ ਪੂਰੇ ਹੁੰਦੇ, ਨਾ ਘਰਾਂ ਦੇ ਮੁੱਕਦੇ, ਤੁਹਾਡੇ ਘਰ ਦੇ ਕੰਮ ਨਹੀਂ ਮੁੱਕਦੇ ਤੇ ਸਾਡੇ ਪਿੰਡਾਂ ਦੇ ਨਹੀਂ ਮੁੱਕਦੇ। ਔਰ ਮੈਂ ਜ਼ਰੂਰ ਕਹਿਣਾ ਕਿ ਇਸ ਸਰਕਾਰ ਨੇ ਵਿਕਾਸ ਦੀ ਹਨੇਰੀ ਲਿਆਂਦੀ ਹੈ। ਮੈਂ ਹੁਣੇ ਵੀ ਸਪੀਚ ਕਰਦਾ ਵੀ ਕਹਿ ਕੇ ਹਟਿਆ ਸਾਂ ਕਿ ਹਰ ਪਿੰਡ ਦੇ ਵਿੱਚ ਤੇਸੀ ਤੇ ਕਾਂਡੀ ਖੜਕਾਈ ਗਈ ਹੈ, ਅਤੇ ਔਰ ਇਹਨਾਂ ਦਿਨਾਂ ਦੇ ਵਿੱਚ ਅਸੀਂ ਹੋਰ ਚੈੱਕ ਦਿੱਤੇ ਨੇ। ਔਰ ਮੈਂ ਸਮਝਦਾ ਕਿ ਪੈਸੇ ਲੋਕਾਂ ਦੇ ਕੋਲੋਂ ਲੱਗਣੇ ਹੀ ਨਹੀਂ, ਇੰਨੇ ਜ਼ਿਆਦਾ ਅਸੀਂ ਜਿਹੜੇ ਪੈਸੇ ਨੇ ਉਹ ਪਿੰਡਾਂ 'ਚ ਦੇ ਰਹੇ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੈਸੇ ਹੋਰ ਦਿਆਂਗੇ ਜਿਹਦਾ ਸਾਨੂੰ ਅਸੀਂ ਵਿਕਾਸ ਦੇ ਮੁੱਦੇ ਦੇ ਉੱਤੇ ਲੋਕਾਂ ਦੇ ਕੋਲੋਂ ਵੋਟ ਮੰਗਾਂਗੇ। ਲਗਾਤਾਰ ਹੀ ਮਜੀਠੇ ਹਲਕੇ ਵੱਲ ਹੀ ਸਾਰਿਆਂ ਦੀ ਨਜ਼ਰ ਹੁੰਦੀ ਹੈ। ਲਗਾਤਾਰ ਹੀ ਜਿਹੜੀ ਸਭ ਨਾਲੋਂ ਜਿਹੜੀ ਹੌਟ ਸੀਟ ਹੈ ਉਹ ਵੀ ਮਜੀਠੇ ਹਲਕੇ ਦੀ ਮੰਨੀ ਜਾਂਦੀ ਹੈ। ਅੰਮ੍ਰਿਤਸਰ ਦੇ 9 ਕੌਂਸਟੀਚੁਐਂਸੀ ਦੀ ਅਗਰ ਗੱਲ ਕੀਤੀ ਜਾਵੇ, ਇਸ ਵਾਰ ਤੁਹਾਨੂੰ ਲੱਗਦਾ ਹੈ ਕਿ ਹਾਲਾਤ ਕੁਝ ਹੋਰ ਨਜ਼ਰ ਆ ਰਹੇ ਨੇ ਕਿਉਂਕਿ 3 ਦਾਅਵੇਦਾਰ ਸੀਗੇ ਕਾਂਗਰਸ ਦੇ, ਇੱਕ ਤੇ ਛੱਡ ਕੇ ਚਲੇ ਗਏ ਨੇ, ਹੁਣ ਤੁਸੀਂ 2 ਦਾਅਵੇਦਾਰ ਰਹਿ ਗਏ ਹੋ। ਕਿਸ ਤਰ੍ਹਾਂ ਵੇਖਦੇ ਹੋ ਸਾਰੀ ਪ੍ਰਕਿਰਿਆ ਨੂੰ? ਪਹਿਲੀ ਗੱਲ ਤਾਂ ਮੈਂ ਅੱਗੇ ਵੀ ਤੁਹਾਨੂੰ ਕਹਿੰਦਾ ਵੀ ਹੌਟ ਕੋਲਡ ਵਾਲੀ ਗੱਲ ਕੋਈ ਨਹੀਂ, ਇਹ ਤੁਸੀਂ ਮੀਡੀਆ ਵਾਲੇ ਹੌਟ ਤੇ ਕੋਲਡ ਕਰ ਦਿੰਦੇ ਹੋ। ਕਾਹਦੀ ਹੌਟ ਤੇ ਕਾਹਦੀ ਕੋਲਡ? ਇਸ ਕਰਕੇ ਐਤਕੀ ਮੈਂ ਤੁਹਾਨੂੰ ਕਹਿਣਾ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਹੈ। ਮਜੀਠੇ ਦੇ ਵਿੱਚ ਵੱਡਾ ਉਲਟਫੇਰ ਕਰਾਂਗੇ। ਪਿਛਲੀ ਵਾਰੀ ਸਾਡੀ ਬਦਸਮਤੀ ਰਹਿ ਗਈ ਕਿ ਪਾਰਟੀ ਕੋਲੋਂ ਉਮੀਦਵਾਰ ਸਹੀ ਨਹੀਂ ਸੀ ਉਤਾਰਿਆ ਗਿਆ। ਮੈਂ ਹੁਣ ਬਿਲਕੁਲ ਡੰਕੇ ਦੀ ਚੋਟ ਤੇ ਕਹਾਂਗਾ ਕਿਉਂਕਿ ਜਿਹੜਾ ਪਾਰਟੀ ਛੱਡ ਕੇ ਚਲਾ ਜਾਵੇ, ਪਾਰਟੀ ਨੂੰ ਪਿੱਠ ਖਾ ਜਾਏ ਜਦੋਂ ਸਮਾਂ ਆਵੇ, ਤੇ ਮੈਂ ਤੇ ਉਹੀ ਕਹਾਂਗਾ ਕਿ 7 ਦੇ ਵਿੱਚ ਵੀ ਜੇ ਸਾਡੇ ਕੋਲ ਟਿਕਟ ਹੁੰਦੀ ਸਰਦਾਰ ਸੁਰਿੰਦਰ ਸਿੰਘ ਕੱਥੋਂ ਜੀ ਨੰਗਲ ਜੀ ਕੋਲ, ਸਾਡੇ ਪਰਿਵਾਰ ਕੋਲ, ਤੇ ਅਸੀਂ ਬਿਕਰਮ ਸਿੰਘ ਦੇ ਇੱਥੇ ਪੈਰ ਹੀ ਨਾ ਲੱਗਣ ਦਿੰਦੇ। ਤੇ ਅਸੀਂ 12 ਦੇ ਵਿੱਚ ਵੀ ਟਿਕਟ ਜਿਹੜੀ ਸੀ ਉਹ ਸ਼ੈਲੀ ਜੀ ਨੂੰ ਦੇ ਦਿੱਤੀ ਗਈ, ਤੇ ਲਾਲੀ ਜੀ ਨੇ ਆਜ਼ਾਦ ਲੜ ਲਈ ਤੇ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਸ਼ੈਲੀ ਜੀ ਦੀਆਂ ਵੀ। 17 ਦੇ ਵਿੱਚ ਫਿਰ ਟਿਕਟ ਜਿਹੜੀ ਸੀ ਉਹ ਸੁਰਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ ਦਿੱਤੀ ਗਈ, ਤੇ ਫਿਰ ਆਪਾਂ ਬੁਰੀ ਤਰ੍ਹਾਂ ਹਾਰ ਗਏ। ਤੇ 22 ਦੇ ਵਿੱਚ ਕਿਉਂਕਿ ਐਤਕੀ ਆਸ ਨਹੀਂ ਸੀ, ਪਾਰਟੀ ਬਾਰ-ਬਾਰ ਤਜਰਬੇ ਭਾਜੀ ਨਹੀਂ ਕਰਦੀ, ਇਸ ਕਰਕੇ ਪਾਰਟੀ ਨੇ ਨਵਾਂ ਚਿਹਰਾ ਤੁਹਾਡੇ ਭਰਾ ਨੂੰ
3 ਵਾਰੀ ਮੈਂ ਜ਼ਿਲ੍ਹਾ ਪ੍ਰਧਾਨ ਦੀ ਸੇਵਾ ਨਿਭਾ ਰਿਹਾ। ਪਾਰਟੀ ਨੇ ਥੋੜ੍ਹਾ ਜਿਹਾ ਇਸ਼ਾਰਾ ਕੀਤਾ ਸੀ ਕਿ ਐਤਕੀ ਸੱਚਰ ਸਾਹਿਬ ਤੁਸੀਂ ਇਲੈਕਸ਼ਨ ਦੀ ਤਿਆਰੀ ਕਰੋ। ਸੋ ਇਸ ਕਰਕੇ ਮੈਂ ਜਦੋਂ ਦਾ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਹੈ, ਮੈਂ ਸਾਰੇ ਜ਼ਿਲ੍ਹੇ ਦੇ ਵਿੱਚ ਤੇ ਖਾਸ ਤੌਰ ਤੇ ਮਜੀਠੇ ਹਲਕੇ ਦੇ ਵਿੱਚ ਲੋਕਾਂ ਨਾਲ ਵਿਚਰ ਰਿਹਾ। ਲੇਕਿਨ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਕਹਿੰਦੇ ਨੇ ਕਿ ਲੜਾਈ ਜ਼ਰੂਰ ਮੈਨੂੰ ਸੀਟ ਗਈ, ਲੇਕਿਨ ਹਰਾਉਣ ਵਾਸਤੇ ਲੜਾਈ ਗਈ ਸੀਗੀ ਸੀਟ। ਇਹ ਕੌਣ ਕਹਿੰਦੇ ਨੇ? ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ। ਹਰਾਉਣ ਵਾਸਤੇ? ਉਹ ਕਿਹੜਾ ਅੱਜ ਕੱਲ੍ਹ ਰਾਜਨੀਤਿਕ ਆਗੂ ਜਿਹੜਾ ਹਰਨ ਵਾਸਤੇ ਲੜਦਾ ਹੈ? ਹਰ ਬੰਦਾ ਚਾਹੇ ਛੋਟੇ ਤੋਂ ਛੋਟਾ ਹੋਵੇ ਉਹ ਜਿੱਤਣ ਵਾਸਤੇ ਲੜਦਾ ਹੈ। ਮੈਂ ਤੇ ਜਿੱਤਣ ਵਾਸਤੇ ਲੜਿਆ ਸੀਗਾ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਹਰਾਉਣ ਵਾਸਤੇ ਮੈਨੂੰ ਜਿਹੜੀ ਇਲੈਕਸ਼ਨ ਲੜਾਈ ਸੀ। ਇਹ ਉਹਦੀਆਂ ਉਹ ਜਾਣੇ, ਕਹਿੰਦਾ ਤੂੰ ਜਾਣੇ ਮਹਾਰਾਜ ਤੇਰੀਆਂ ਤੂੰ ਜਾਣੇ, ਉਹਦੀਆਂ ਉਹ ਜਾਣਦਾ। ਇਹ 'ਚ ਤਾਂ ਕੋਈ ਸ਼ੱਕ ਨਹੀਂ ਵੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਸੀ ਉਹ ਰਲਿਆ ਹੋਇਆ ਸੀ ਬਿਕਰਮ ਦੇ ਨਾਲ, ਕੋਈ ਗੱਲ ਨਹੀਂ। ਲੱਗਦਾ ਹੈ ਕਿ ਕਿਤਨਾ ਕਿਤੇ ਹੁਣ ਜਿਹੜਾ ਆ ਜਿਹੜੀ ਇਲੈਕਸ਼ਨਸ ਆ ਹੁਣ ਫੇਅਰ ਹੋਏਗੀ। ਜੇਕਰ ਮੁੱਖ ਮੰਤਰੀ ਵਧੀਆ ਮਿਲ ਗਿਆ ਤੇ ਲੱਗਦਾ ਹੈ ਕਿ ਜਿਹੜਾ ਮਜੀਠੇ ਹਲਕੇ ਦੇ ਵਿੱਚ ਇਸ ਵਾਰ ਕਾਂਗਰਸ ਦੀ ਜਿਹੜੀ ਹੈ ਜਿੱਤ ਡੈਫੀਨੇਟਲੀ ਹੋ ਪਾਏਗੀ। ਮੈਂ ਕੈਮਰਾਮੈਨ ਨੂੰ ਕਹਾਂਗਾ ਜਰਾ ਕੈਮਰਾ ਬਣ ਲੋਕਾਂ ਵੱਲ ਘੁਮਾ ਕੇ ਤੇ ਵਿਖਾਓ। ਅੱਜ ਤੁਸੀਂ ਸਾਰਾ ਹੀ ਪ੍ਰੋਗਰਾਮ ਵੇਖਿਆ ਹੈ, ਲਾਈਵ ਹੀ ਚੱਲਿਆ ਹੈ। ਕਿੱਡੀ ਵੱਡੀ ਤਾਦਾਦ ਦੇ ਵਿੱਚ ਸਰਪੰਚ ਤੇ ਪਿੰਡਾਂ ਦੇ ਕਾਂਗਰਸੀ ਵਰਕਰ ਦੇ ਆਏ ਨੇ। ਸਾਰੇ ਹੀ ਜਿਹੜੇ ਨੇ ਉਹਨਾਂ ਦੇ ਹੌਸਲੇ ਬੁਲੰਦ ਨੇ। ਅਸੀਂ ਐਤਕੀ ਉਹ ਕਹਿੰਦੇ ਨਾ ਹੌਸਲੇ ਬੁਲੰਦ ਰੱਖਿਓ, ਅਸੀਂ ਹੌਸਲੇ ਬੁਲੰਦ ਰੱਖੇ ਨੇ। ਕਾਂਗਰਸ ਪਾਰਟੀ ਝੰਡਾ ਗੱਡੇਗੀ, ਜਿੱਤ ਦਾ ਹਰ ਹਾਲਤ ਵਿੱਚ ਮਜੀਠਾ ਜਿੱਤਾਂਗੇ। ਲੇਕਿਨ ਲੱਗਦਾ ਨਹੀਂ ਮਜੀਠੀਆ ਦੇ ਪੈਰ ਨਹੀਂ ਲੱਗ ਪਾ ਰਹੇ ਇੱਥੇ, ਕਿਉਂਕਿ ਬੇਲ ਨਹੀਂ ਮਿਲ ਪਾ ਰਹੀ। ਇਸ ਚੀਜ਼ ਦਾ ਤਾਂ ਨਹੀਂ ਕਿ ਕਾਂਗਰਸ ਇਸ ਵਾਰ ਕੈਸ਼ ਕਰਨ ਦੀ ਪੂਰੀ ਤਿਆਰੀ ਕਰ ਰਹੀ ਹੈ? ਇਹ ਤਾਂ ਹੁਣ ਹੋਇਆ ਹੈ ਕੇਸ ਰਜਿਸਟਰ। ਮੈਂ ਤੇ 4.5 ਸਾਲ ਤੋਂ ਦਵਾਈ ਦੇ ਰਿਹਾ। ਮੇਰੀਆਂ ਬਾਈਟਸ ਕੱਢ ਕੇ ਵੇਖ ਲਓ, ਮੇਰੀਆਂ ਰਿਕਾਰਡਿੰਗ ਕੱਢ ਕੇ ਵੇਖ ਲਓ। ਮੈਂ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਸੀ, ਕਿਉਂਕਿ ਮੈਂ ਨਹੀਂ ਕਹਿ ਰਿਹਾ, ਹਲਕੇ ਦੇ ਲੋਕਾਂ ਨੇ ਮਨ ਬਣਾ ਲਏ ਨੇ। ਐਤਕੀ ਤੁਸੀਂ ਵੇਖਿਓ ਲੋਕਾਂ ਨੇ ਚੁੱਪ ਚਪੀਤੇ ਜਿਸ ਦਿਨ ਵੋਟਾਂ ਪੈਣੀਆਂ ਨੇ ਨਾ, ਧੜਾ ਧੜ ਵੋਟਾਂ ਕਾਂਗਰਸ ਪਾਰਟੀ ਨੂੰ ਪੈਣੀਆਂ ਨੇ ਔਰ ਇੱਥੋਂ ਜੇਤੂ ਹੋ ਕੇ ਨਿਕਲਾਂਗੇ। ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਦਣ ਦੇ ਹੋ ਕੇ ਗਏ ਨੇ, ਸਿੱਖ ਕੌਮ ਨੂੰ ਅਲੱਗ-ਅਲੱਗ ਡੈਫੀਨੇਸ਼ਨਸ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਚਾਹੇ ਉਹ ਬਾਰਡਰ ਤੇ ਬੈਠੇ ਕਿਸਾਨ ਸਾਡੇ ਜਿਹੜਾ ਕਰ ਰਹੇ ਸੀ, ਉਦੋਂ ਵੀ ਅੱਤਵਾਦੀ ਵੱਖਵਾਦੀ ਕਿਹਾ ਗਿਆ। ਹੁਣ ਦੁਬਾਰਾ ਤੋਂ ਇਹੀ ਚੀਜ਼ ਫਿਰ ਦੁਹਰਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਕਿਸ ਤਰ੍ਹਾਂ ਵੇਖਦੇ ਹੋ, ਕਿਹੜੇ ਮਿਆਰ ਵੱਲ ਅਸੀਂ ਜਾ ਰਹੇ ਹਾਂ ਇਸ ਟਾਈਮ? ਕਿਉਂਕਿ ਹਮੇਸ਼ਾ ਹੀ ਸਿੱਖ ਕੌਮ ਨੇ ਆਪਣੀ ਬਹੁਤ ਕੁਰਬਾਨੀ ਦੇ ਕੇ ਦੇਸ਼ ਆਜ਼ਾਦ ਕਰਵਾਉਣ ਦੀ ਗੱਲ ਕੀਤੀ ਸੀ, ਲੇਕਿਨ ਅੱਜ ਉਹਨਾਂ ਨੂੰ ਹੀ ਅੱਤਵਾਦੀ ਕਹਿ ਰਹੇ ਸੀ। ਇਹ ਸਾਡੇ ਦੇਸ਼ ਦੀ ਬਦਕਿਸਮਤੀ ਕਹਿ ਲਓ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਭ ਤੋਂ ਵੱਡੇ ਫਿਰਕਾ ਪ੍ਰਸਤ ਨੇ। ਇਹ ਫਿਰਕਾ ਪ੍ਰਸਤੀ ਦਾ ਸ਼ੁਰੂ ਤੋਂ ਹੀ ਨਾਜ਼ ਨਚਾਉਂਦੇ ਆ ਰਹੇ ਨੇ ਤੇ ਫਿਰਕਾ ਪ੍ਰਸਤੀ ਦੇ ਸਿਰ ਤੇ ਹੀ ਇਹ ਵੋਟ ਮੰਗਦੇ ਨੇ। ਇਹਨਾਂ ਨੇ ਸਾਨੂੰ ਕਿਸਾਨਾਂ ਨੂੰ ਜਦੋਂ ਅਸੀਂ ਦਿੱਲੀ ਧਰਨੇ ਲਾਏ ਸਨ, ਇਹਨਾਂ ਉਦੋਂ ਵੀ ਸਾਨੂੰ ਅੱਤਵਾਦੀ ਤੇ ਵੱਖਵਾਦੀ ਦੇ ਖਿਤਾਬ ਨਾਲ ਨਵਾਜਿਆ ਸੀ। ਇਹਨਾਂ ਨੇ ਹੁਣ ਫੇਰ ਸਾਨੂੰ ਕਿਹਾ ਹੈ, ਲੇਕਿਨ ਅਸਲ ਦੇ ਵਿੱਚ ਜਿਹੜੀ ਇਹਨਾਂ ਨੇ ਰੈਲੀ ਕਰਨੀ ਸੀ, 70,000 ਕੁਰਸੀ ਲਾਈ ਸੀ, 700 ਬੰਦਾ ਉੱਥੇ ਪਹੁੰਚਿਆ ਸੀ, ਉਹਨਾਂ ਨੂੰ ਹਜਮ ਨਹੀਂ ਸੀ ਹੋ ਰਹੀ। ਦੂਸਰੀ ਗੱਲ, ਇਹ ਸਾਨੂੰ ਅੱਤਵਾਦੀ ਤੇ ਵੱਖਵਾਦੀ ਕਹਿੰਦੇ ਨੇ। ਇਹਨਾਂ ਨੂੰ ਇਹ ਪਤਾ ਨਹੀਂ ਕਿ ਬਾਰਡਰਾਂ ਦੇ ਉੱਤੋਂ ਜਦੋਂ ਜੰਗ ਲੱਗਦੀ ਹੈ ਜਾਂ ਅੱਜ ਵੀ ਜਿੰਨਾ ਪੰਜਾਬ ਦਾ ਸ਼ਹੀਦ ਹੁੰਦਾ ਹੈ, ਸਾਰਾ ਤਿਰੰਗੇ 'ਚ ਲਪੇਟ ਕੇ ਸਿੱਖ ਆਉਂਦਾ ਹੈ। ਅਸੀਂ ਘਰਾਂ 'ਚ ਪੋਹ ਮਾਘ ਦੀਆਂ ਸਰਦੀਆਂ ਵਿੱਚ ਸੁੱਤੇ ਹੁੰਦੇ ਆ ਤੇ ਸਾਡੇ ਪੰਜਾਬ ਦੇ ਨੌਜਵਾਨ ਸਾਡੇ ਬਾਰਡਰਾਂ ਤੇ ਰਾਖੀ ਕਰਦੇ ਨੇ। ਸ਼ਹੀਦ ਕੌਣ ਹੁੰਦੇ ਨੇ? ਇਹ ਸਾਨੂੰ ਅੱਤਵਾਦੀ ਕਹਿੰਦੇ ਨੇ। ਔਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਹੈ ਉਹ RSS ਦਾ ਨਹੀਂ, BJP ਦਾ ਨਹੀਂ, ਸਾਰੇ ਭਾਰਤ ਦਾ ਹੁੰਦਾ ਹੈ। ਉਹਦਾ ਇੱਕ ਇੱਕ ਲਫ਼ਜ਼ ਕਿਹਾ ਹੋਇਆ ਸਾਰੀ ਦੁਨੀਆ ਵੇਖਦੀ ਹੈ, ਸੁਣਦੀ ਹੈ। ਇਹਨੂੰ ਇਹ ਅਪਮਾਨਜਨਕ ਸ਼ਬਦ ਨਹੀਂ ਸੀ ਕਹਿਣਾ ਚਾਹੀਦਾ। ਮੈਂ ਤਾਂ ਸਮਝਣਾ ਚਾਹੇ ਮੇਰੇ ਤੋਂ ਵੱਡੇ ਨੇ ਤੇ ਪ੍ਰਧਾਨ ਮੰਤਰੀ ਨੇ, ਪੰਜਾਬ ਦੇ ਮੁੱਖ ਮੰਤਰੀ ਦੇ ਕੋਲੋਂ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਜਿਹੜਾ ਇਹਨਾਂ ਨੇ ਬਠਿੰਡੇ ਜਾ ਕੇ ਏਅਰਪੋਰਟ ਤੇ ਕਿਹਾ ਸੀ ਕਿ ਮੇਰਾ ਸੁਨਾਹ ਦੇ ਦਿਓ ਮੁੱਖ ਮੰਤਰੀ ਪੰਜਾਬ ਨੂੰ ਕਿ ਮੈਂ ਜਿਉਂਦਾ ਬਚ ਕੇ ਵਾਪਸ ਚੱਲਿਆ। ਇਹ ਸ਼ੋਭਾ ਨਹੀਂ ਸੀ ਦਿੰਦਾ। ਲੇਕਿਨ ਲੱਗਦਾ ਨਹੀਂ ਸਿਕਿਉਰਿਟੀ ਲੈਪਸ ਹੋਇਆ, ਕਿਉਂਕਿ ਲਗਾਤਾਰ ਹੀ ਇਹੀ ਗੱਲ ਕਹੀ ਜਾਂਦੀ ਕਿ ਸਿਕਿਉਰਿਟੀ ਲੈਪਸ ਦੇ ਕਰਕੇ ਜਿਹੜੀ ਆ ਉਹਨਾਂ ਨੂੰ 20 ਮਿੰਟ ਜਿਹੜਾ ਸੀਗਾ ਪੁਲ ਤੇ ਖੜਾ ਹੋਣਾ ਪਿਆ। ਯਾਰ 10,000 ਬੰਦਾ ਇਹਦੀ ਸਿਕਿਉਰਿਟੀ ਤੇ ਲੱਗਾ ਹੋਵੇ, ਦੇਸ਼ ਦਾ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ ਹੋਵੇ, 303 ਦੇ ਨਾਲ ਮੈਂਬਰ ਪਾਰਲੀਮੈਂਟ ਹੋਣ ਤੇ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਹੈ। ਸਾਰੀਆਂ ਫੋਰਸਸ, ਕਿੰਨੀਆਂ ਫੋਰਸਸ ਨੇ, BSF, CRP, ਇਹਨਾਂ ਨੂੰ ਪੰਜਾਬ ਪੁਲਿਸ ਦੇ ਨਾ ਭਰੋਸਾ ਹੁੰਦਾ। ਆਪਣੀਆਂ ਏਜੰਸੀਆਂ ਕਿੱਥੇ ਗਈਆਂ? ਇਹਨਾਂ ਨੂੰ ਪਤਾ ਨਹੀਂ ਸੀ। ਫਿਰ ਕੀ ਰੋਕਿਆ ਗਿਆ ਇਹਨਾਂ ਨੂੰ? ਕੀ ਮਾੜਾ ਲਫ਼ਜ਼ ਕਿਹਾ ਗਿਆ? ਕੀ ਕੀਤਾ ਗਿਆ? ਮੈਂ ਵੀਡੀਓ ਵੇਖੀ ਹੈ ਤੁਹਾਡੇ ਮਾਧਿਅਮ ਦੇ ਰਾਹੀਂ, ਉਹ ਸਾਰੇ ਦੇ BJP ਦੇ ਬੰਦੇ ਸਨ, ਉਹਨਾਂ ਦੇ ਝੰਡੇ ਹੱਥਾਂ ਦੇ ਵਿੱਚ ਸਨ। ਕੀ ਉਹਨਾਂ ਨੇ ਮਾੜਾ ਲਫ਼ਜ਼ ਕਿਹਾ? ਦੂਸਰੀ ਗੱਲ, ਜੇ ਪੰਜਾਬ ਦਾ ਮਜ਼ਦੂਰ ਤੇ ਕਿਸਾਨ ਕੋਈ ਗੱਲ ਕਰਨੀ ਚਾਹਵੇ, ਕੀ ਇਹ ਗੱਲ ਨਹੀਂ ਸੀ ਕਰ ਸਕਦਾ? ਇਹਨੂੰ ਗੱਲ ਕਰਨੀ ਚਾਹੀਦੀ ਸੀ। ਲੋਕਤੰਤਰ ਦਾ ਰਾਜ ਹੈ, ਸਾਨੂੰ ਅਧਿਕਾਰ ਹੈ, ਅਸੀਂ ਕਾਲੀਆਂ ਝੰਡੀਆਂ ਵਿਖਾ ਸਕਦੇ ਹਾਂ, ਅਸੀਂ ਰੋਸ ਕਰ ਸਕਦੇ ਹਾਂ ਸ਼ਾਂਤਮਈ। ਜੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਆਪਾਂ ਰੋਸ ਨਹੀਂ ਕਰਾਂਗੇ ਤੇ ਕਿਹਦੇ ਨਾਲ ਕਰਾਂਗੇ? ਲੇਕਿਨ ਲੱਗਦਾ ਨਹੀਂ ਕਿ UP ਦੀ ਇਲੈਕਸ਼ਨ ਸਿਰ ਤੇ ਸੀਗੇ, ਟੈਟਿਕਸ ਖੇਡਿਆ ਗਿਆ ਔਰ ਕੋਸ਼ਿਸ਼ ਕੀਤੀ ਜਾ ਰਹੀ ਕਿ ਇਲੈਕਸ਼ਨ ਜਿੱਤਣ ਦਾ ਸਟੰਟ ਲੱਗ ਰਿਹਾ। ਮੇਰੇ ਸਵਾਲ ਦਾ ਜਵਾਬ ਤੁਸੀਂ ਆਪ ਹੀ ਦੇ ਦਿੱਤਾ ਹੈ। ਇਹ ਬਿਲਕੁਲ ਇਹਨਾਂ ਨੂੰ ਸਾਰੇ ਦੇਸ਼ ਦੇ ਵਿੱਚੋਂ ਕਿਸਾਨ ਵਿਰੋਧੀ ਹੋਣ ਦਾ ਖਿਤਾਬ ਦੇ ਦਿੱਤਾ ਗਿਆ ਹੈ। ਇਹ UP ਦੇ ਵਿੱਚੋਂ ਬੜੀ ਬੁਰੀ ਤਰ੍ਹਾਂ ਹਾਰ ਰਹੇ ਨੇ। ਇਹਨਾਂ ਨੇ ਇਹ ਜਿਹੜਾ ਪੱਤਾ ਸੀ ਖੇਡਿਆ ਸੀਗਾ ਕਿ ਇਹਨਾਂ ਨੇ ਫਿਰਕਾ ਪ੍ਰਸਤੀ ਦਾ, ਇਹਨਾਂ ਨੇ ਫਿਰਕਾ ਪ੍ਰਸਤੀ ਦੀ ਭਾਂਜ ਦੇਣ ਵਾਸਤੇ ਤੇ ਖਾਸ ਤੌਰ ਤੇ ਸਾਡੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਨੇ, ਸ਼੍ਰੀਮਤੀ ਸੋਨੀਆ ਗਾਂਧੀ ਨੇ ਤੇ ਰਾਹੁਲ ਗਾਂਧੀ ਜੀ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਲੈ ਕੇ ਜਾਣਾ ਹੈ
ਤੇ ਸਾਰੇ ਹਿੰਦੁਸਤਾਨ ਦੇ ਵਿੱਚ ਸੁਨੇਹਾ ਦੇਣਾ ਹੈ ਕਿ ਇਹ ਮੈਂ ਐਸਸੀ ਭਾਈਚਾਰੇ ਦਾ ਮੁੱਖ ਮੰਤਰੀ ਬਣਾਇਆ ਹੈ। ਇਹਨੂੰ ਹਜਮ ਨਹੀਂ ਹੋ ਰਹੀ। ਇਹ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਲੇਕਿਨ ਉਹਦਾ ਕੱਦ ਦਿਨੋਂ ਦਿਨ ਹੋਰ ਵੀ ਵੱਧ ਰਿਹਾ ਹੈ। ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਲਗਾਤਾਰ। ਮੈਂ ਕਿਹਾ ਜੀ ਆਉਣ ਦਿਓ, ਸਾਰਾ ਕੁਝ ਹੀ ਮਨਜ਼ੂਰ ਹੈ। ਇਹ ਰਾਸ਼ਟਰਪਤੀ ਰਾਜ ਲਾਗੂ ਕਰ ਲਵੇ, ਇਹ ਚੋਣ ਜ਼ਾਬਤਾ ਲਾ ਕੇ ਇਲੈਕਸ਼ਨ ਦੀ ਤਿਆਰੀ ਕਰ ਲਵੇ, ਜੋ ਮਰਜ਼ੀ ਕਰ ਲਵੇ। ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਵੱਡੇ ਮਾਰਜਨ ਨਾਲ ਜਿੱਤ ਕੇ ਦੁਬਾਰਾ ਬਣਾਵਾਂਗੇ। ਇੱਕ ਸੱਚਾ ਸਾਹਿਬ, ਇੱਕ ਹੋਰ ਗੱਲ, ਲੱਗਦਾ ਨਹੀਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਿਰਫ ਦੇਸ਼ ਦੇ ਹੁੰਦੇ ਆ। ਜਦੋਂ ਡਾਕਟਰ ਮਨਮੋਹਨ ਸਿੰਘ ਸੀਗੇ ਉਸ ਟਾਈਮ ਵੀ JNU ਦੇ ਵਿੱਚ ਉਹ ਗਏ ਤੇ ਸਟੂਡੈਂਟਸ ਨੇ ਪ੍ਰੋਟੈਸਟ ਕੀਤਾ ਸੀਗਾ ਤੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੋਣ ਲੱਗਾ ਸੀਗਾ ਤੇ ਮਨਮੋਹਨ ਸਿੰਘ ਉਹਨਾਂ ਨੇ ਕਿਹਾ ਸੀਗਾ ਕਿ ਮਾਮਲਾ ਦਰਜ ਨਹੀਂ ਹੋਣਾ ਚਾਹੀਦਾ। ਦੂਸਰੇ ਬੰਨੇ ਅੰਨਾ ਹਜ਼ਾਰੇ ਦਾ ਮੂਵਮੈਂਟ ਚੱਲ ਰਹੀ ਸੀਗੀ, ਹਰਿਮੰਦਰ ਸਾਹਿਬ ਪਹੁੰਚੇ ਸੀਗੇ, ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਸੀਗੀਆਂ, ਉਹ ਵੀ ਪ੍ਰੋਟੋਕੋਲ ਦਾ ਉਲੰਘਣ ਕੀਤੀ ਗਈ ਸੀਗੀ। ਤੀਸਰੀ ਜਗ੍ਹਾ ਤੇ ਜਦੋਂ ਮਨਮੋਹਨ ਸਿੰਘ ਪਹੁੰਚਦੇ ਨੇ ਉਦੋਂ CM ਜਿਹੜੇ ਸੀਗੇ ਉਹ ਜਿਹੜੇ ਸੀਗੇ ਆਪਣੇ ਨਰਿੰਦਰ ਮੋਦੀ ਸੀਗੇ, ਉਸ ਜਗ੍ਹਾ ਤੇ ਜੁੱਤੀ ਸੁੱਟੀ ਜਾਂਦੀ ਹੈ। ਕੀ ਲੱਗਦਾ ਹੈ ਕਿ ਸਿਰਫ ਨਰਿੰਦਰ ਮੋਦੀ ਨੂੰ ਆਹ ਚੀਜ਼ ਆਪਣੇ ਟੈਕਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਸ ਕਿਸੇ ਤਰੀਕੇ ਨਾਲ ਅਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਵੇ ਔਰ ਖਾਸ ਤੌਰ ਤੇ ਹਿੰਦੂ ਸਿੱਖ ਜਿਹੜੀ ਆ ਉਹ ਕਰਕੇ ਜਿਹੜੀ ਹੈ ਉਹ ਵੋਟ ਬੈਂਕ ਜਿਹੜੀ ਆ ਉਹ ਇਕੱਠੀ ਕੀਤੀ ਜਾਵੇ, ਕਿਉਂਕਿ ਮਨਮੋਹਨ ਸਿੰਘ ਹੁਣਾਂ ਨੇ ਐਗਜ਼ਾਮਪਲ ਪੇਸ਼ ਕੀਤੀ ਸੀਗੀ ਕਿ ਕਿਸੇ ਵੀ ਵਿਅਕਤੀ ਤੇ ਮਾਮਲਾ ਦਰਜ ਨਾ ਕੀਤਾ ਜਾਵੇ। ਬਿਲਕੁਲ, ਤੁਸੀਂ ਸਾਰੀ ਜਿਹੜੀ ਕਹਾਣੀ ਹੈ ਉਹ ਬਿਲਕੁਲ ਦੱਸੀ ਹੈ ਕਿ ਉਸ ਜਦੋਂ ਗੁਜਰਾਤ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਆਏ ਸਨ, ਉਦੋਂ ਮੁੱਖ ਮੰਤਰੀ ਕੌਣ ਸੀ? ਨਰਿੰਦਰ ਮੋਦੀ ਸਨ ਉਹਨਾਂ ਦੀ ਸਟੇਟ ਦੇ ਵਿੱਚ, ਲੇਕਿਨ ਉਹਨਾਂ ਨੇ ਦਿਲ ਵੱਡਾ ਵਿਖਾਇਆ ਸੀ ਡਾਕਟਰ ਮਨਮੋਹਨ ਸਿੰਘ ਨੇ, ਉਹਨਾਂ ਤੇ ਕੁਝ ਨਹੀਂ ਸੀ ਕੀਤਾ। ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਕੋਲ, ਅਮਿਤ ਸ਼ਾਹ ਦੇ ਕੋਲ ਤੇ ਨਰਿੰਦਰ ਮੋਦੀ ਦੇ ਕੋਲ ਹੋਰ ਕੋਈ ਨੁਕਤਾ ਨਹੀਂ ਜਿਹੜਾ ਕਿ ਹੁਣ ਜੋ ਇਹਨਾਂ ਨੂੰ ਡੈਮੇਜ ਹੋਇਆ ਹੈ ਕਿਸਾਨੀ ਦੇ ਵਿੱਚ ਉਹਨੂੰ ਕੰਟਰੋਲ ਕਰ ਸਕਣ। ਇਹਨਾਂ ਨੇ ਹੁਣ ਫਿਰਕਾ ਪ੍ਰਸਤੀ ਦਾ ਪੱਤਾ ਖੇਡ ਕੇ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਤੇ ਵੋਟਾਂ ਲੈਣ ਦੀ ਕੋਸ਼ਿਸ਼ ਕਰਨੀ ਹੈ, ਲੇਕਿਨ ਲੋਕ ਹੁਣ ਇਹਦੇ ਤੋਂ ਸੁਚੇਤ ਹੋ ਚੁੱਕੇ ਨੇ, ਇਹਦਾ ਪਤਾ ਚੱਲਣਾ ਨਹੀਂ। ਜੋ ਹੁਣ ਕੱਲ ਰਾਘਵ ਚੱਡਾ ਹੋਣਾ ਦੀਆਂ ਤਸਵੀਰਾਂ ਆਈਆਂ ਨੇ, ਆਪਸ 'ਚ ਕਲੈਸ਼ ਹੋਇਆ ਹੈ ਆਮ ਆਦਮੀ ਪਾਰਟੀ ਦਾ, ਕਿਸ ਤਰ੍ਹਾਂ ਵੇਖਦੇ ਹੋ? ਗ੍ਰਾਫ ਡਿੱਗਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ? ਮੈਂ ਤਾਂ ਗ੍ਰਾਫ ਚੜ੍ਹਦਾ ਹੀ ਕਦੀ ਨਹੀਂ ਸੀ ਵੇਖਿਆ। ਇਹ ਡਿੱਗਣਾ ਕੀ ਇਹਨਾਂ ਦਾ? ਇਹ ਲੋਕ ਕਹਿੰਦੇ ਹੁੰਦੇ ਸਨ ਕਿ ਇਹ ਪਾਰਟੀ ਜਿਹੜੀ ਹੈ ਇਹ ਨਕਾਰਾ ਹੋਏ ਜਿਹੜੀਆਂ ਦੂਜੀਆਂ ਪਾਰਟੀਆਂ ਜਿਹਨਾਂ ਨੂੰ ਟਿਕਟ ਨਹੀਂ ਦਿੰਦੀ, ਜਿਵੇਂ ਮੈਂ ਮਜੀਠੇ ਦੀ ਗੱਲ ਕਰ ਲਵਾਂ, ਤੇ ਇਹ ਉਹਨਾਂ ਆਗੂਆਂ ਨੂੰ ਆਪਣੇ ਵਿੱਚ ਸ਼ਾਮਲ ਕਰ ਰਹੇ ਨੇ। ਤੇ ਨੰਬਰ 2, ਇਹ ਪਤਾ ਲੱਗਾ ਕਿ ਪੈਸੇ ਲੈ ਕੇ ਟਿਕਟਾਂ ਦੇ ਰਹੇ ਨੇ ਰਾਘਵ ਚੱਡਾ ਜੀ। ਮੈਂ ਕਹਿੰਦਾ ਜੋ ਉਹਦੀ ਕੱਲ ਸਪੀਡ ਸੀ ਉਹ ਚੈੱਕ ਕਰਨੀ ਵਾਲੀ ਸੀ, ਲੋਕਾਂ ਨੇ ਬਹੁਤ ਉਹਨਾਂ ਨਾਲ ਬੁਰੀ ਗੱਲ ਕੀਤੀ, ਪਰ ਮੈਂ ਨਾਲ ਉਹਦੀ ਨਿਖੇਧੀ ਵੀ ਕਰਦਾ ਕਿ ਸਾਨੂੰ ਮੈਨ ਹੈਂਡਲਿੰਗ ਨਹੀਂ ਕਰਨੀ ਚਾਹੀਦੀ। ਜੇ ਰੋਸ ਸੀ ਕਾਲੀਆਂ ਝੰਡੇ ਦਾ ਰੋਸ ਕਰਦੇ, ਲੇਕਿਨ ਉਹਦੇ ਨਾਲ ਜਿਹੜੀ ਸੀ ਹੱਥਾਂ ਮੁੱਕੀ ਨਹੀਂ ਸੀ ਕਰਨੀ ਚਾਹੀਦੀ। ਲਾਸਟ ਕੁਐਸਚਨ ਮੇਰਾ ਜੀ, ਮਜੀਠੇ ਹਲਕੇ ਵਿੱਚ ਕਈ ਇਸ ਤਰ੍ਹਾਂ ਦੇ ਛੋਟੇ ਵਰਕਰ ਹੋਣਗੇ ਜਿਹੜੇ ਨਾਰਾਜ਼ ਚੱਲ ਰਹੇ ਨੇ, ਕਈ ਇਸ ਤਰ੍ਹਾਂ ਦੇ ਵਰਕਰ ਨੇ ਕਾਂਗਰਸ ਛੱਡਣ ਦੀ ਗੱਲ ਵੀ ਕਰ ਰਹੇ ਨੇ। ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਹਨਾਂ ਨੂੰ ਜਾ ਕੇ ਮਨਾਓਗੇ ਤਾਂ ਜੋ ਕਿ ਮਜੀਠਾ ਹਲਕਾ ਫਿਰ ਦੁਬਾਰਾ, ਮੈਂ ਉਹੀ ਗੱਲ ਕਹੂੰਗਾ, ਹੌਟ ਸੀਟ ਅਸੀਂ ਐਸ ਕਰਕੇ ਕਹਿੰਦੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਤੋਂ ਇਲੈਕਸ਼ਨ ਲੜਦਾ ਹੈ ਔਰ 3 ਵਾਰ ਕਾਂਗਰਸ ਤੋਂ ਹਾਰੀ ਹੈ। ਕੀ ਲੱਗਦਾ ਕਿ ਉਹਨਾਂ ਨੂੰ ਮਿਲਾ ਕੇ ਛੋਟੇ ਵਰਕਰਾਂ ਨਾਲ ਲੈ ਕੇ ਇਸ ਵਾਰ ਜਿਹੜੀ ਹੈ ਇਲੈਕਸ਼ਨ ਲੜੀ ਜਾ ਸਕਦੀ? ਤੁਹਾਨੂੰ ਕਿਹੜਾ ਸਾਡਾ ਕਾਂਗਰਸ ਦਾ ਇੱਕ ਵੀ ਵਰਕਰ ਅਜੇ ਗਿਆ ਲੱਗਦਾ? ਤੁਹਾਨੂੰ ਅਸੀਂ ਅਕਾਲੀ ਦਲ ਦੀ ਤੋਪ ਲੈਣ ਦੀ ਆਪਣੇ ਸ਼ਾਮਲ ਕਰ ਲਈ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਜੀ ਨੂੰ, ਜਿਹੜਾ ਰਾਈਟ ਹੈਂਡ ਸੀ ਉਹਨਾਂ ਦਾ। ਇਹਦੇ ਤੁਹਾਨੂੰ ਪਤਾ ਇਸ਼ਾਰਾ ਮਿਲਿਆ ਨਹੀਂ ਕਿ ਮਜੀਠੇ ਵਿੱਚ ਕੀ ਹੋਣ ਜਾ ਰਿਹਾ? ਸਾਡਾ ਇੱਕ ਵੀ ਪਿੰਡ ਦਾ ਮੈਂਬਰ ਤੋਂ ਲੈ ਕੇ ਸਰਪੰਚ ਤੱਕ ਦੱਸ ਦਿਓ ਜਿਹੜਾ ਕਾਂਗਰਸ ਛੱਡ ਕੇ ਗਿਆ ਹੋਵੇ। ਤੇ ਐਡਾ ਵੱਡਾ ਅਸੀਂ ਆਗੂ ਲੈਂਦਾ ਜਿਹਦੀ ਹਲਕੇ ਦੇ ਵਿੱਚ 65 ਹੈ। ਆ ਸਾਰੀ ਜੈਂਤੀਪੁਰ ਦੀ, ਕਾਦਰਾਬਾਦ ਦੀ, ਪਾਕਪੁਰ ਦੀ ਬੈਲਟ ਜਿਹੜੀ ਹੈ ਉਹ ਰਜਿੰਦਰ ਕੁਮਾਰ ਪੱਪੂ ਜੀ ਦੇ ਨਾਲ, ਜੈਂਤੀਪੁਰ ਅੱਡਾ ਪਿੰਡ ਸਾਰੇ ਉਹਦੇ ਨਾਲ ਜੁੜੇ ਨੇ, ਵੱਡਾ ਲੀਡਰ ਹੈ ਉਹ ਕਾਂਗਰਸ ਵਿੱਚ ਸ਼ਾਮਲ ਹੋਇਆ। ਇੱਥੋਂ ਕੀ ਇਸ਼ਾਰਾ ਮਿਲਦਾ ਹੈ? ਦਾਲ ਦਾ ਦਾਣਾ ਚੈੱਕ ਕਰੀਦਾ, ਇੱਥੋਂ ਇਸ਼ਾਰਾ ਮਿਲ ਗਿਆ ਮਜੀਠੇ ਹਲਕੇ ਨੂੰ ਕਿ ਬੜੇ ਵੱਡੇ ਆਗੂ ਹੋਰ ਵੀ ਛੱਡ ਕੇ ਆਉਣਗੇ। ਔਰ ਮੈਂ ਸਮਝਣਾ ਸਾਡੇ ਸਰਪੰਚਾਂ ਦੇ ਨਾਲ ਕਾਲੀਆਂ ਨੇ ਗੀਟੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਵੀ ਸਾਡਾ ਧਿਆਨ ਰੱਖਿਆ ਜੀ। ਜਸਮਿੱਤਰ ਸਿੰਘ ਛੱਡਣ ਦੀ ਗੱਲ ਕਰ ਰਹੇ ਨੇ, ਉਹ ਵੀ ਆ ਜਾਏਗਾ, ਕੋਈ ਗੱਲ ਨਹੀਂ। ਜੇ ਉਹਦੀ ਗੁੱਸੇ ਨਾਰਾਜ਼ਗੀ ਹੋਏਗੀ ਤੇ ਉਹ ਵੀ ਆ ਜਾਏਗਾ, ਕੋਈ ਪ੍ਰੋਬਲਮ। ਸੋ ਇਹ ਸਨ ਭਗਵੰਤਪਾਲ ਸਿੰਘ ਸੱਚਰ ਜੀ, ਜਿਨ੍ਹਾਂ ਵੱਲੋਂ ਲਗਾਤਾਰ ਹੀ ਆਪਣੇ ਹਲਕੇ ਦੇ ਵਿੱਚ ਵਿਚਰ ਕੇ ਜੋ ਹੈ 2022 ਦੀ ਚੋਣ ਲੜਨ ਦੀ ਤਿਆਰੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ। ਦੂਸਰੇ ਪਾਸੇ ਜੋ ਗ੍ਰਾਂਟਸ ਮਿਲ ਰਹੀਆਂ ਨੇ ਉਹ ਵੀ ਦੇਣ ਦੀ ਗੱਲ ਜਿਹੜੀ ਅੱਜ ਕੀਤੀ ਜਾ ਰਹੀ ਹੈ। ਕਰੋੜਾਂ ਰੁਪਏ ਦੀ ਗ੍ਰਾਂਟ ਜਿਹੜੀ ਆਪਣੇ ਹਲਕੇ ਦੇ ਵਿੱਚ ਵੰਡੀ ਗਈ ਹੈ। ਔਰ ਦੂਸਰੇ ਪਾਸੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੋ ਮਰਜ਼ੀ ਕਰ ਲੈਣ, ਲੇਕਿਨ ਪੰਜਾਬ ਅਤੇ ਹੋਰ ਲੋਕ ਜਿਹੜੇ ਨੇ ਉਹ ਇਹਨਾਂ ਨੂੰ ਹਰਾ ਕੇ ਹੀ ਭੇਜਣਗੇ। ਲਗਾਤਾਰ ਹੀ ਉਹਨਾਂ ਵੱਲੋਂ ਅੱਜ ਬਹੁਤ ਸਾਰੀਆਂ ਗ੍ਰਾਂਟਸ ਜਿਹੜੇ ਨੇ ਉਹ ਵੰਡੀਆਂ ਗਈਆਂ ਨੇ। ਤਾਂ ਦੂਸਰੇ ਪਾਸੇ ਇਹਨਾਂ ਦਾ ਕਹਿਣਾ ਕਿ ਜੋ ਲੋਕ ਵੀ ਨਾਰਾਜ਼ ਹੈ ਉਹਨਾਂ ਨੂੰ ਵੀ ਲਿਆ ਕੇ ਆਪਣੇ ਵਿੱਚ ਸ਼ਾਮਿਲ ਕੀਤਾ ਜਾਵੇਗਾ। ਕੈਮਰਾਮੈਨ ਮਨੋਜ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।